ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੰਗਤ ਜੀ, ਅੱਜ ਦੇ ਜੀਵਨ ਵਿੱਚ ਇਸ ਦੁਨੀਆ ਤੇ ਹਰ ਇਨਸਾਨ ਦੁਖੀ ਹੈ। ਇਸ ਦੁਨੀਆ ਤੇ ਕੋਈ ਵੀ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਕਹਿ ਸਕੇ ਕਿ ਮੈਂ ਦੁਖੀ ਨਹੀਂ ਹਾਂ। ਸੰਗਤ ਜੀ, ਸਭ ਤੋਂ ਜ਼ਿਆਦਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਉਸ ਨੂੰ ਤਾਂ ਆਪਣੇ ਦੁੱਖਾਂ ਦਾ ਕਾਰਨ ਵੀ ਨਹੀਂ ਪਤਾ ਹੈ, ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਸੀਂ ਆਪਣੀ ਨੀਂਦ ਤੇ ਚੈਨ ਖੋਹ ਲੈਂਦੇ ਹਾਂ। ਸੰਗਤ ਜੀ, ਜੇ ਤੁਸੀਂ ਵੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਇਸ ਸਾਖੀ ਨੂੰ ਜ਼ਰੂਰ ਪੂਰਾ ਸੁਣਿਓ। ਸੰਗਤ ਜੀ, ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਜੰਗਲ ਦੇ ਵਿੱਚੋਂ ਗੁਜ਼ਰ ਰਹੇ ਸਨ। ਕਾਫੀ ਦੇਰ ਜੰਗਲ ਵਿੱਚ ਚੱਲਣ ਤੋਂ ਬਾਅਦ ਗੁਰੂ ਜੀ ਤੇ ਭਾਈ ਮਰਦਾਨਾ ਜੀ ਇੱਕ ਰੁੱਖ ਦੀ ਛਾਂ ਹੇਠ ਆਰਾਮ ਕਰਨੇ ਦੇ ਲਈ ਬੈਠ ਗਏ। ਕੁਛ ਦੇਰ ਬੈਠਣ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਕਿਹਾ, ਗੁਰੂ ਜੀ, ਮੇਰੇ ਮਨ ਦੇ ਅੰਦਰ ਇੱਕ ਕੁਛ ਦਿਨਾਂ ਤੋਂ ਸਵਾਲ ਉੱਠ ਰਿਹਾ ਹੈ। ਕਿਰਪਾ ਕਰਕੇ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ। ਅੱਗੇ ਗੁਰੂ ਜੀ ਨੇ ਕਿਹਾ, ਪੁੱਛੋ ਜਿਹੜਾ ਸਵਾਲ ਪੁੱਛਣਾ ਹੈ। ਅੱਗੇ ਭਾਈ ਮਰਦਾਨੇ ਜੀ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ, ਮੈਂ ਤੁਹਾਡੇ ਨਾਲ ਬਹੁਤ ਸਮੇਂ ਤੋਂ ਚੱਲ ਰਿਹਾ ਹਾਂ। ਮੈਂ ਕਦੇ ਵੀ ਤੁਹਾਨੂੰ ਦੁਖੀ ਨਹੀਂ ਦੇਖਿਆ। ਤੁਹਾਡੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ। ਤੁਹਾਡੀ ਮੁਸਕਰਾਹਟ ਮੈਨੂੰ ਆਨੰਦ ਦੇ ਨਾਲ ਭਰ ਦਿੰਦੀ ਹੈ। ਤੁਹਾਡੇ ਚਿਹਰੇ ਤੇ ਇੱਕ ਅਨੋਖੀ ਚਮਕ ਹੈ ਜੋ ਮੈਨੂੰ ਕਦੇ ਵੀ ਦੁਖੀ ਨਹੀਂ ਹੋਣ ਦਿੰਦੀ। ਗੁਰੂ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੇਰੇ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਸਨ। ਗੁਰੂ ਜੀ, ਮੈਂ ਹਮੇਸ਼ਾ ਦੁਖੀ ਰਹਿੰਦਾ ਸੀ, ਲੇਕਿਨ ਜਦੋਂ ਦਾ ਤੁਹਾਡੇ ਕੋਲ ਆਇਆ ਹਾਂ ਮੇਰੀਆਂ ਸਾਰੀਆਂ ਪਰੇਸ਼ਾਨੀਆਂ, ਦੁੱਖ ਖਤਮ ਹੋ ਗਏ ਹਨ। ਗੁਰੂ ਜੀ, ਤੁਸੀਂ ਮੈਨੂੰ ਦੱਸੋ ਅਸਲ ਵਿੱਚ ਦੁੱਖ ਕੀ ਹਨ। ਅੱਗੇ ਗੁਰੂ ਜੀ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ, ਦੁੱਖ ਇੱਕ ਵਿਚਾਰ ਤੋਂ ਜ਼ਿਆਦਾ ਕੁਛ ਨਹੀਂ ਹੈ। ਅੱਗੇ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗਾ, ਗੁਰੂ ਜੀ, ਵਿਚਾਰ ਤਾਂ ਆਉਂਦੇ ਹਨ ਫਿਰ ਚਲੇ ਜਾਂਦੇ ਹਨ, ਲੇਕਿਨ ਦੁੱਖ ਜਦੋਂ ਇੱਕ ਵਾਰ ਆ ਜਾਂਦਾ ਹੈ ਫਿਰ ਜਾਣੇ ਦਾ ਨਾਂ ਨਹੀਂ ਲੈਂਦਾ। ਅੱਗੇ ਗੁਰੂ ਜੀ ਨੇ ਕਿਹਾ, ਮਰਦਾਨਿਆਂ, ਮੈਂ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਹਾਂ। ਇਸ ਨੂੰ ਸੁਣ ਕੇ ਤੇਰੀ ਸਮਝ ਵਿੱਚ ਆ ਜਾਵੇਗਾ ਦੁੱਖ ਕੀ ਹਨ। ਇੱਕ ਨਗਰ ਦੇ ਵਿੱਚ ਇੱਕ ਧਨੀ ਵਿਅਕਤੀ ਰਹਿੰਦਾ ਸੀ। ਉਸ ਦਾ ਇੱਕ ਇਮਾਨਦਾਰ ਤੇ ਵਫਾਦਾਰ ਨੌਕਰ ਸੀ। ਉਹ ਧਨੀ ਵਿਅਕਤੀ ਆਪਣੇ ਨੌਕਰ ਤੇ ਬਹੁਤ ਵਿਸ਼ਵਾਸ ਕਰਦਾ ਸੀ। ਇੱਕ ਵਾਰ ਉਸ ਧਨੀ ਵਿਅਕਤੀ ਨੂੰ ਕਿਤੇ ਕੰਮ ਦੇ ਕਾਰਨ ਦੂਸਰੇ ਸ਼ਹਿਰ ਦੇ ਵਿੱਚ ਜਾਣਾ ਪਿਆ। ਜਦੋਂ ਕੁਝ ਦਿਨਾਂ ਦੇ ਬਾਅਦ ਉਹ ਧਨੀ ਵਿਅਕਤੀ ਵਾਪਸ ਆਇਆ ਤਾਂ ਉਹ ਆਪਣੇ ਨਾਲ ਕੁਝ ਕੀਮਤੀ ਸਮਾਨ ਲੈ ਕੇ ਆਇਆ। ਉਸ ਨੇ ਉਹ ਕੀਮਤੀ ਸਮਾਨ ਆਪਣੇ ਕਮਰੇ ਦੇ ਵਿੱਚ ਸਜਾ ਕੇ ਰੱਖ ਦਿੱਤਾ ਤੇ ਆਪਣੇ ਨੌਕਰ ਨੂੰ ਕਿਹਾ ਕਿ ਇਸ ਸਮਾਨ ਦਾ ਖਾਸ ਤੌਰ ਤੇ ਖਿਆਲ ਰੱਖਣਾ ਹੈ। ਧਿਆਨ ਰੱਖਣਾ ਕਿ ਇਹ ਕੀਮਤੀ ਸਮਾਨ ਟੁੱਟੇ ਨਾ, ਕਿਉਂਕਿ ਇਹ ਮੈਨੂੰ ਬਹੁਤ ਪਿਆਰਾ ਹੈ। ਉਸ ਨੌਕਰ ਨੇ ਆਪਣੇ ਮਾਲਕ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਇਸ ਸਮਾਨ ਦਾ ਚੰਗੀ ਤਰ੍ਹਾਂ ਦੇ ਨਾਲ ਧਿਆਨ ਰੱਖੂੰਗਾ। ਅਗਲੇ ਦਿਨ ਜਦੋਂ ਨੌਕਰ ਘਰ ਦੀ ਸਫਾਈ ਕਰ ਰਿਹਾ ਸੀ, ਅਚਾਨਕ ਉਸ ਦੇ ਹੱਥ ਵਿੱਚੋਂ ਉਹ ਕੀਮਤੀ ਸਮਾਨ ਥੱਲੇ ਡਿੱਗ ਪਿਆ। ਥੱਲੇ ਡਿੱਗ ਕੇ ਉਹ ਟੁੱਟ ਗਿਆ। ਜਦੋਂ ਉਸ ਧਨੀ ਵਿਅਕਤੀ ਨੂੰ ਪਤਾ ਲੱਗਾ ਕਿ ਮੇਰਾ ਸਮਾਨ ਟੁੱਟ ਗਿਆ ਹੈ, ਉਸਨੇ ਆਪਣੇ ਨੌਕਰ ਨੂੰ ਆਪਣੇ ਕੋਲ ਬੁਲਾਇਆ। ਉਸਨੇ ਉਸ ਨੂੰ ਮਾੜਾ ਚੰਗਾ ਬੋਲਿਆ, ਲੇਕਿਨ ਨਾ ਤਾਂ ਉਸਨੇ ਉਸ ਨੂੰ ਮਾਰਿਆ, ਨਾ ਹੀ ਉਸ ਨੂੰ ਨੌਕਰੀ ਤੋਂ ਕੱਢਿਆ, ਕਿਉਂਕਿ ਉਹ ਉਸ ਦਾ ਪੁਰਾਣਾ ਤੇ ਇਮਾਨਦਾਰ ਨੌਕਰ ਸੀ। ਇਸ ਲਈ ਉਸ ਨੂੰ ਛੱਡ ਦਿੱਤਾ। ਲੇਕਿਨ ਉਹ ਧਨੀ ਵਿਅਕਤੀ ਆਪਣੇ ਕੀਮਤੀ
ਕੀਮਤੀ ਸਮਾਨ ਦੇ ਬਾਰੇ ਸੋਚ ਕੇ ਬਹੁਤ ਦੁਖੀ ਹੋਇਆ। ਰਾਤ ਹੁੰਦੇ ਹੀ ਉਹ ਆਪਣੇ ਕਮਰੇ ਵਿੱਚ ਲੰਮਾ ਪੈ ਗਿਆ, ਲੇਕਿਨ ਬੇਚੈਨੀ ਦੇ ਕਾਰਨ ਉਸ ਧਨੀ ਵਿਅਕਤੀ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਧਨੀ ਵਿਅਕਤੀ ਫਿਰ ਆਪਣੇ ਕਮਰੇ ਦੇ ਵਿੱਚੋਂ ਬਾਹਰ ਆ ਗਿਆ। ਬਾਹਰ ਆ ਕੇ ਉਸਨੇ ਦੇਖਿਆ ਕਿ ਉਸ ਦਾ ਨੌਕਰ ਬਹੁਤ ਮਜ਼ੇ ਦੇ ਨਾਲ ਘਰਾੜੇ ਮਾਰ ਕੇ ਸੌ ਰਿਹਾ ਸੀ। ਇਹ ਦੇਖ ਕੇ ਉਹ ਧਨੀ ਵਿਅਕਤੀ ਗੁੱਸੇ ਦੇ ਨਾਲ ਲਾਲ ਪੀਲਾ ਹੋ ਗਿਆ। ਫਿਰ ਉਸ ਧਨੀ ਵਿਅਕਤੀ ਨੇ ਸੋਚਿਆ ਕਿ ਇਸਨੇ ਮੇਰੀ ਇੰਨੀ ਕੀਮਤੀ ਚੀਜ਼ ਤੋੜ ਦਿੱਤੀ ਹੈ, ਇਸ ਨੂੰ ਬਿਲਕੁਲ ਵੀ ਚਿੰਤਾ ਨਹੀਂ ਹੈ। ਮੈਨੂੰ ਇੱਧਰ ਨੀਂਦ ਨਹੀਂ ਆ ਰਹੀ, ਇਹ ਮਜ਼ੇ ਦੇ ਨਾਲ ਸੌ ਰਿਹਾ ਹੈ। ਫਿਰ ਉਹ ਧਨੀ ਵਿਅਕਤੀ ਆਪਣੇ ਕਮਰੇ ਦੇ ਵਿੱਚ ਜਾ ਕੇ ਲੰਮਾ ਪੈ ਗਿਆ। ਅਗਲੇ ਦਿਨ ਉਹ ਧਨੀ ਵਿਅਕਤੀ ਸੋਚਦਾ ਹੈ ਕਿ ਮੈਂ ਇਸ ਦੁੱਖ ਤੇ ਬੇਚੈਨੀ ਤੋਂ ਕਿਸ ਤਰ੍ਹਾਂ ਬਾਹਰ ਨਿਕਲਾਂ। ਫਿਰ ਉਸਨੇ ਮਨ ਦੇ ਅੰਦਰ ਇੱਕ ਉਪਾਅ ਆਉਂਦਾ ਹੈ ਕਿ ਉਹ ਧਨੀ ਵਿਅਕਤੀ ਫਿਰ ਆਪਣੇ ਨੌਕਰ ਦੇ ਕੋਲ ਜਾਂਦਾ ਹੈ। ਉਸ ਨੂੰ ਕਹਿੰਦਾ ਹੈ, ਮੈਨੂੰ ਬਹੁਤ ਦੁੱਖ ਹੋ ਰਿਹਾ ਹੈ, ਤੈਨੂੰ ਦੱਸਦੇ ਹੋਏ ਜੋ ਕੀਮਤੀ ਚੀਜ਼ ਤੂੰ ਤੋੜੀ ਸੀ ਉਹ ਮੈਂ ਤੇਰੇ ਲਈ ਲੈ ਕੇ ਆਇਆ ਸੀ। ਮੈਂ ਚਾਹੁੰਦਾ ਸੀ ਕਿ ਕਿਸੇ ਖਾਸ ਮੌਕੇ ਤੇ ਉਹ ਚੀਜ਼ ਤੈਨੂੰ ਉਪਹਾਰ ਦੇ ਵਿੱਚ ਦੇਵਾਂਗਾ, ਲੇਕਿਨ ਹੁਣ ਮੈਂ ਕੀ ਕਰ ਸਕਦਾ ਹਾਂ। ਹੁਣ ਤਾਂ ਉਹ ਚੀਜ਼ ਟੁੱਟ ਗਈ ਹੈ। ਆਪਣੇ ਮਾਲਕ ਦੀ ਇਹ ਗੱਲ ਸੁਣ ਕੇ ਉਸ ਨੌਕਰ ਨੂੰ ਬਹੁਤ ਝਟਕਾ ਲੱਗਾ। ਉਸ ਨੌਕਰ ਨੇ ਸੋਚਿਆ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਕਿੰਨੀ ਕੀਮਤੀ ਚੀਜ਼ ਮੇਰੇ ਲਈ ਸੀ, ਉਹ ਮੇਰੇ ਕੋਲੋਂ ਟੁੱਟ ਗਈ ਹੈ। ਇਹ ਗੱਲ ਸੋਚਦੇ ਸੋਚਦੇ ਉਸ ਨੌਕਰ ਦੇ ਮਨ ਵਿੱਚ ਦੁੱਖ ਤੇ ਬੇਚੈਨੀ ਪੈਦਾ ਹੋ ਗਈ। ਉਸ ਰਾਤ ਉਹ ਧਨੀ ਵਿਅਕਤੀ ਆਰਾਮ ਦੇ ਨਾਲ ਲੰਮਾ ਪੈ ਗਿਆ। ਦੂਜੇ ਪਾਸੇ ਨੌਕਰ ਦੁਖੀ ਰਹਿੰਦਾ ਹੈ। ਦੁੱਖ ਦੀ ਵਜ੍ਹਾ ਦੇ ਨਾਲ ਉਸ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਨੌਕਰ ਨੇ ਆਪਣੇ ਮਾਲਕ ਦੀ ਕੀਮਤੀ ਚੀਜ਼ ਨੂੰ ਆਪਣੇ ਨਾਲ ਜੋੜ ਲਿਆ ਸੀ। ਇਸ ਲਈ ਉਹ ਦੁਖੀ ਹੋ ਰਿਹਾ ਸੀ, ਕਿਉਂਕਿ ਪਹਿਲਾਂ ਉਸ ਦੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਸੀ ਕਿ ਉਹ ਕੀਮਤੀ ਚੀਜ਼ ਉਸ ਦੀ ਨਹੀਂ ਹੈ, ਲੇਕਿਨ ਹੁਣ ਉਸ ਦੇ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਉਹ ਕੀਮਤੀ ਚੀਜ਼ ਨਾ ਟੁੱਟਦੀ ਤਾਂ ਉਸ ਦੀ ਹੁੰਦੀ। ਸੰਗਤ ਜੀ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਦੁੱਖ ਕੇਵਲ ਇੱਕ ਵਿਚਾਰ ਹੈ। ਵਿਚਾਰ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਆਪਣੇ ਨਾਲ ਜੋੜ ਲੈਂਦੇ ਹਾਂ, ਅਸੀਂ ਜਿਸ ਵੀ ਚੀਜ਼ ਨੂੰ ਆਪਣੇ ਨਾਲ ਜੋੜ ਲੈਂਦੇ ਹਾਂ ਉਹ ਚੀਜ਼ ਹੀ ਸਾਡੇ ਦੁੱਖ ਦਾ ਕਾਰਨ ਬਣਦੀ ਹੈ। ਲੇਕਿਨ ਅਸਲੀਅਤ ਇਹ ਹੈ ਕਿ ਕੋਈ ਵੀ ਚੀਜ਼ ਸਾਡੇ ਨਾਲ ਜੁੜ ਨਹੀਂ ਸਕਦੀ, ਕਿਉਂਕਿ ਹਰ ਚੀਜ਼ ਤੁਹਾਡੇ ਕੋਲ ਹੈ, ਲੇਕਿਨ ਕੁਝ ਸਮੇਂ ਦੇ ਲਈ, ਕੁਝ ਸਮੇਂ ਦੇ ਬਾਅਦ ਉਹ ਚੀਜ਼ ਤੁਹਾਡੇ ਕੋਲੋਂ ਦੂਰ ਹੋ ਜਾਵੇਗੀ। ਸਾਨੂੰ ਉਸ ਹੋਣੀ ਦੀ ਘਟਨਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਅੱਗੇ ਵਧਣਾ ਚਾਹੀਦਾ ਹੈ। ਸੰਗਤ ਜੀ, ਅਸੀਂ ਇਸ ਜੀਵਨ ਜਾਂ ਚੀਜ਼ਾਂ ਨੂੰ ਆਪਣਾ ਮੰਨਦੇ ਹਾਂ, ਉਹ ਕੇਵਲ ਕੁਝ ਸਮੇਂ ਦੇ ਲਈ ਹੀ ਸਾਡੀਆਂ ਹੋ ਸਕਦੀਆਂ ਹਨ। ਸਾਨੂੰ ਕਦੇ ਵੀ ਇਹਨਾਂ ਚੀਜ਼ਾਂ ਨੂੰ ਆਪਣਾ ਨਹੀਂ ਸਮਝਣਾ ਚਾਹੀਦਾ। ਸਾਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਸਾਨੂੰ ਇਹ ਚੀਜ਼ਾਂ ਕੁਝ ਸਮੇਂ ਦੇ ਲਈ ਇਸਤੇਮਾਲ ਕਰਨੇ ਦੇ ਲਈ ਦਿੱਤੀਆਂ ਹਨ। ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਸੋਚ ਕੇ ਚੱਲਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦੁਖੀ ਨਹੀਂ ਹੋਵਾਂਗੇ। ਸੰਗਤ ਜੀ, ਸਾਨੂੰ ਪ੍ਰਮਾਤਮਾ ਨੇ ਇਹ ਜੋ ਜੀਵਨ ਦਿੱਤਾ ਹੈ, ਸਾਨੂੰ ਇਸ ਨੂੰ ਮਾਲਕ ਸਮਝ ਕੇ ਨਹੀਂ ਜੀਣਾ ਚਾਹੀਦਾ। ਇਸ ਨੂੰ ਕਿਰਾਏ ਦਾ ਸਮਝ ਕੇ ਜੀਣਾ ਚਾਹੀਦਾ ਹੈ ਅਤੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਸਤਿਨਾਮ ਸ੍ਰੀ ਵਾਹਿਗੁਰੂ ਜੀ।